ਨੈਸ਼ਨਲ ਲੈਵਲ ਤੇ ਜਿਹੜੀ ਕਿਸਾਨ ਮੂਵਮੈਂਟ ਹੈ, ਇਸ ਮੂਵਮੈਂਟ ਨੇ ਪੋਲੀਟੀਕਲ ਪਾਰਟੀਆਂ ਨੂੰ ਥਰ-ਥਰ ਕੰਮਣ ਲਾ ਦਿੱਤਾ। ਅਮਲ ਦੇ ਵਿੱਚ ਇਹ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੀ ਕਿਸੇ ਮੰਗ ਦੇ ਨਾਲ ਅੰਦਰੋਂ ਢਿੱਡੋਂ ਸਹਿਮਤ ਨਹੀਂ ਹੈਗੀਆਂ। ਵੀ ਗੱਦੀ ਹੁਣੇ ਆਈ ਸਾਡੇ ਕੋਲ, ਉਹਨਾਂ ਨੂੰ ਚਾਹੇ ਕੋਈ ਪਾਰਟੀ ਚਾਹੇ ਚਾਹੇ ਨਾ ਚਾਹੇ, ਉਹਨਾਂ ਨੂੰ ਕਿਸਾਨਾਂ ਦੀ ਗੱਲ ਮੰਨਣੀ ਪੈਣੀ ਹੈ। ट्राई-सिटी दस्तक। सत श्री अकाल दोस्तों, मैं हाँ जसविंदर पाल ट्राई-सिटी दस्तक ਵਿੱਚ ਤੁਹਾਡਾ ਸਵਾਗਤ ਹੈ। ਤੇ ਇਸ ਵਾਰ ਇੱਕ ਖਾਸ ਮੁੱਦਾ ਲੈ ਕੇ ਅਸੀਂ ਇਸ ਸਮੇਂ ਤੁਹਾਡੇ ਪਹੁੰਚੇ ਹਾਂ। ਅਸੀਂ ਮੋਹਾਲੀ ਪ੍ਰੈਸ ਕਲੱਬ। ਮਸਲਾ ਇਹ ਹੈ ਕਿ ਚੋਣ ਪੰਜਾਬ ਵਿਧਾਨ ਸਭਾ ਦੀ ਸਿਰ 'ਤੇ ਹੈ ਤੇ ਸਿਆਸਤਦਾਨ ਹੁਣ ਸਿਆਸਤ ਕਰਨਾ ਚਾਹੁੰਦੇ ਨੇ ਤੇ ਕਿਸਾਨਾਂ ਨੂੰ ਲੱਗਦਾ ਹੈ ਕਿਤੇ ਨਾ ਕਿਤੇ ਗੜਬੜ ਹੈ, ਉਹਨਾਂ ਦੇ ਅੰਦੋਲਨ ਨੂੰ ਨੁਕਸਾਨ ਪਹੁੰਚ ਸਕਦਾ ਹੈ। ਤੇ 10 ਤਰੀਕ ਨੂੰ ਕਿਸਾਨਾਂ ਨੇ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਕੋਲ ਬੁਲਾਇਆ ਹੈ, ਪੱਖ ਪੇਸ਼ ਕਰਨ ਲਈ ਗੱਲ ਕੀਤੀ ਹੈ, ਸਿਰਫ ਭਾਜਪਾ ਨੂੰ ਛੱਡਿਆ। ਤੇ ਇਸ ਮੌਕੇ ਅਸੀਂ ਗੱਲ ਕਰਦੇ ਹਾਂ ਕੁਝ ਜਰਨਲਿਸਟ ਨੇ। पहले जर्नलिस्ट ने जो कि मोहाली प्रेस क्लब के प्रधान भी ने सुखदेव सिंह पटवारी जी। पटवारी साहब, पहला सवाल कि आ सारा जो सिनेरियो है इलैक्शन का तो कल की मीटिंग नूं लैके तुसीं किवें देखदे हो? देखो, जिस तरह का माहौल पंजाब दे विच अज दरपेश है, ये मेरा ख्याल है भी 1947 तो बाद ये पहला माहौल है ਜਿਹਦੇ ਵਿੱਚ ਪੋਲੀਟੀਕਲ ਪਾਰਟੀਆਂ ਨੂੰ ਲੋਕਾਂ ਦੇ ਸਾਹਮਣੇ ਜਵਾਬਦੇਹ ਵੀ ਹੋਣਾ ਪੈ ਰਿਹਾ ਤੇ ਲੋਕਾਂ ਤੋਂ ਉਹਨਾਂ ਨੂੰ ਡਰ ਵੀ ਲੱਗਣ ਲੱਗਿਆ। ਇਹ ਮਤਲਬ ਇਸ ਤਰ੍ਹਾਂ ਦੀ ਸਿਚੁਏਸ਼ਨ ਅੱਜ ਤੱਕ ਕਦੇ ਵੀ ਨਹੀਂ ਆਈ ਜਾਂ ਕਦੇ ਵੀ ਪੈਦਾ ਨਹੀਂ ਹੋਈ। ਇਹਦਾ ਇੱਕੋ ਇੱਕ ਕਾਰਨ ਕੀ ਹੈ? ਇਹਦਾ ਇੱਕੋ ਇੱਕ ਕਾਰਨ ਹੈ ਜਿਹੜੇ ਪੰਜਾਬ ਦੇ ਕਿਸਾਨ ਜਿਹਦੇ ਨਾਲ ਜੁੜ ਕੇ ਹਰਿਆਣਾ, ਯੂਪੀ, ਰਾਜਸਥਾਨ ਤੇ ਹੁਣ ਆਪਾਂ ਇਹਨੂੰ ਐਂ ਕਹਿ ਸਕਦੇ ਵੀ ਨੈਸ਼ਨਲ ਲੈਵਲ ਤੇ ਜਿਹੜੀ ਕਿਸਾਨ ਮੂਵਮੈਂਟ ਹੈ, ਇਸ ਮੂਵਮੈਂਟ ਨੇ ਪੋਲੀਟੀਕਲ ਪਾਰਟੀਆਂ ਨੂੰ ਥਰ-ਥਰ ਕੰਮਣ ਲਾ ਦਿੱਤਾ। ਤੇ ਜਿਹੜੀ ਅਸਲ 'ਚ ਜਿਹਦੇ ਕਰਕੇ ਇਹ ਘਟਨਾਕ੍ਰਮ ਪੈਦਾ ਹੋਇਆ, ਜਿਹਨੂੰ ਆਪਾਂ ਕਹਿੰਦੇ ਵੀ ਜਿਹੜੀ ਇਹ ਹਾਲਾਤ ਦੀ ਜਨਮਦਾਤੀ ਹੈ, ਉਹ ਹੈਗੀ ਭਾਜਪਾ ਨੂੰ ਵੀ ਇਸ ਕਿਸਾਨ ਮੂਵਮੈਂਟ ਨੇ ਵੱਡਾ ਖੋਰਾ ਲਾਇਆ। ਤੇ ਇਸ ਹਾਲਾਤ ਦੇ ਵਿੱਚ ਜਿਹੜੀਆਂ ਚੁਣੌਤੀਆਂ ਦਰਪੇਸ਼ ਨੇ, ਜਿਹੜੀਆਂ ਤੁਸੀਂ ਕੱਲ੍ਹ ਕੀਤੀ ਹੈ ਵੀ ਕੱਲ੍ਹ ਨੂੰ ਇੱਕ ਮੀਟਿੰਗ ਹੋ ਰਹੀ ਹੈ, ਉਹ ਮੀਟਿੰਗ ਦਾ ਮੁੱਦਾ ਵੀ ਇਹੀ ਹੈ ਵੀ ਜਦੋਂ ਕਿਸਾਨ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਨੇ, ਪੰਜਾਬ ਦੇ ਵਿੱਚ ਉਹ ਤੋਂ ਵੀ 2 ਮਹੀਨੇ ਪਹਿਲਾਂ ਸਟਰਗਲ ਕਰ ਰਹੇ ਨੇ, ਸਿਆਸੀ ਪਾਰਟੀਆਂ ਜਿਹੜੀਆਂ ਕਿਸਾਨਾਂ ਦੀ ਮੰਗ ਨੂੰ ਮੰਨਣ ਦੀ ਗੱਲ ਤਾਂ ਕਰਦੀਆਂ ਨੇ, ਪਰ ਅਮਲ ਦੇ ਵਿੱਚ ਇਹ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੀ ਕਿਸੇ ਮੰਗ ਦੇ ਨਾਲ ਅੰਦਰੋਂ ਢਿੱਡੋਂ ਸਹਿਮਤ ਨਹੀਂ ਹੈਗੀਆਂ। ਤੇ ਜੇ ਅਸਲੀ ਗੱਲ ਕਹਿਣੀ ਹੋਵੇ ਤਾਂ ਇਹ ਹੈ ਵੀ ਇਹ ਉਹ ਪਾਰਟੀਆਂ ਨੇ ਜਿਹੜੀਆਂ ਢਿੱਡੋਂ ਇਹ ਚਾਹੁੰਦੀਆਂ ਨੇ ਵੀ ਜੇ ਕਿਸਾਨ ਮੂਵਮੈਂਟ ਫੇਲ ਹੋਵੇ ਤਾਂ ਅਸੀਂ ਮਨਮਰਜ਼ੀ ਨਾਲ ਆਪਦੇ ਗੱਲਾਂ ਕਰਕੇ, ਰਾਜ ਕਰਕੇ, ਦੁਬਾਰਾ ਚੋਣਾਂ ਦੇ ਵਿੱਚ ਵਾਅਦੇ ਕਰਕੇ ਸੱਤਾ ਦੇ ਵਿੱਚ ਆਈਏ। ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਭਰਮਾਉਣ ਤੋਂ ਬਿਨਾਂ ਇਹਨਾਂ ਸਿਆਸੀ ਪਾਰਟੀਆਂ ਕੋਲ ਕੁਛ ਨਹੀਂ ਹੈ। ਭਰਮਾਊ ਰਾਜਨੀਤੀ ਕਰਕੇ ਵੀ ਅੱਜ ਕੋਈ ਕਹਿੰਦਾ ਮੈਂ 300 ਯੂਨਿਟ, ਕੋਈ ਕਹਿੰਦਾ ਮੈਂ 400 ਯੂਨਿਟ, ਅਤੇ ਇਦੋਂ ਉੱਪਰ ਵੀ ਆਉਣ ਵਾਲਾ ਹੋਊਗਾ ਕੋਈ ਜਿਹੜਾ ਕਹੂਗਾ ਮੈਂ 500 ਯੂਨਿਟ। ਜਿਵੇਂ ਪਿਛਲੇ ਵਾਰੀ ਘਰ ਘਰ ਰੁਜ਼ਗਾਰ ਦਾ ਫਾਰਮ ਭਰਾਇਆ, ਫਿਰ ਉਹਨਾਂ ਨੂੰ ਆਈ ਕਾਰਡ ਵੀ ਦੇਤੇ ਵੀ ਤੁਸੀਂ ਜਦੋਂ ਮਰਜ਼ੀ ਆ ਜਾਇਆ ਕਰੋ, ਦਫ਼ਤਰ ਆਇਓ ਅਤੇ ਫਿਰ ਤੁਹਾਨੂੰ ਅਸੀਂ ਭਰਤੀ ਕਰਾਂਗੇ। ਅਤੇ ਕੁੜਕਾ ਸਾਹਿਬ ਦੀ ਸਹੁੰ ਚੱਕ ਕੇ ਮਤਲਬ ਦਰਬਾਰ ਸਾਹਿਬ ਕੰਨੀ ਜਿਹੜਾ ਤਲਵੰਡੀ ਸਾਬੋ 5ਵਾਂ ਤਖ਼ਤ ਹੈ ਸਿੱਖਾਂ ਦਾ, ਉੱਧਰ ਸਹੁੰ ਖਾਧੀ ਵੀ ਇਹ ਜੇ ਮੈਂ ਨਸ਼ੇ ਦਾ ਲੱਕ ਤੋੜ ਦੇਣਾ, ਮੈਂ ਪੰਜਾਬ ਦੇ ਵਿੱਚੋਂ ਸਾਰਾ ਕੋਹੜ ਖਤਮ ਕਰ ਦੇਣਾ, ਅਤੇ ਮੈਂ ਜਿਹੜੇ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਅਦੂ ਫੜ ਕੇ ਅੰਦਰ ਕਰ ਦੇਣਾ। ਇਹ ਸਾਰਾ ਮਾਹੌਲ ਜਿਹੜਾ ਇਨਚਾਰਜ ਹੋਇਆ ਹੋਇਆ ਮਾਹੌਲ ਕਦੇ ਜ਼ਿੰਦਗੀ 'ਚ ਹੋਇਆ ਨਹੀਂ। ਪ੍ਰਧਾਨ ਜੀ, ਇਹਦੀ ਕੱਲ੍ਹ ਵਾਲੀ ਮੀਟਿੰਗ 'ਚੋਂ ਕੀ ਨਿਕਲ ਕੇ ਆ ਸਕਦਾ? ਦੇਖੋ, ਮੁੱਦੇ ਬੜੇ ਕਲੀਅਰ ਨੇ। ਸਿਆਸੀ ਪਾਰਟੀਆਂ ਦਾ ਮੁੱਦਾ ਕਿਸਾਨਾਂ ਦਾ ਜਿਹੜੇ 3 ਕਾਲੇ ਕਾਨੂੰਨ ਨੇ, ਅਤੇ ਚੌਥਾ ਉਹਨਾਂ ਦਾ ਜਿਹੜੇ MSP ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ, ਇਹ ਕਿਸੇ ਪੋਲੀਟੀਕਲ ਪਾਰਟੀ ਦੇ ਮੁੱਦਾ ਹੀ ਨਹੀਂ ਹੈਗਾ। ਹਾਂ, ਮਜਬੂਰੀ ਬਸ ਉਹਨਾਂ ਲਈ ਇਹ ਮੁੱਦਾ ਹੈਗਾ, ਪਰ ਉਹਨਾਂ ਲਈ ਮੁੱਦਾ ਨਹੀਂ। ਉਹਨਾਂ ਲਈ ਤਾਂ ਜਿਹੜਾ ਅਸਲੀ ਮੁੱਦਾ ਹੈ ਉਹ 2022 ਦੀਆਂ ਚੋਣਾਂ 'ਤੇ ਰਾਜਗੱਦੀ 'ਤੇ ਪਹੁੰਚਣਾ ਹੈ। ਉਹ ਬਾਈ ਹੁੱਕ ਐਂਡ ਕਰੁੱਕ, ਝੂਠ ਸੱਚ,
ਫਰੇਬ ਜੋ ਵੀ ਮਤਲਬ ਜਿਹਨੂੰ ਆਪਾਂ ਕਹਿੰਦੇ ਦੰਡ ਸ਼ਾਮ ਭੇਦ ਮਤਲਬ ਜੋ ਵੀ ਵਰਤਿਆ ਜਾ ਸਕਦਾ ਹੈ, ਉਹ ਪਿਛਲੇ ਸਮੇਂ 'ਚੋਂ ਵਰਤ ਕੇ ਆਉਂਦੇ ਨੇ ਅਤੇ ਹੁਣ ਉਹ ਵਰਤ ਕੇ ਆਉਣ ਲਈ ਤਿਆਰ ਨੇ। ਜਿਹੜੀ ਕੱਲ੍ਹ ਦੀ ਮੀਟਿੰਗ ਹੈ, ਦੇਖੋ ਕਿਸਾਨਾਂ ਦਾ ਇਹ ਗੁੱਸਾ ਵਾਜਬ ਹੈ ਵੀ ਉਹਨਾਂ ਨੇ ਪਿਛਲੇ ਸਮੇਂ ਤੋਂ ਇਹ ਦੇਖਿਆ ਆਪਣੀ ਪ੍ਰੈਕਟਿਸ ਦੇ ਵਿੱਚ ਵੀ ਜਿਹੜੀਆਂ ਪਾਰਟੀਆਂ ਕਿਸਾਨਾਂ ਦੀ ਹਾਮੀ ਭਰਦੀਆਂ ਨੇ ਉਹ ਕਦੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਲਾਮਬੰਦੀ ਨਹੀਂ ਕਰ ਰਹੀਆਂ। ਉਹ ਕਿਉਂ ਨਹੀਂ ਕਰ ਰਹੀਆਂ? ਕਿਉਂਕਿ ਉਹਨਾਂ ਨੂੰ ਐਂ ਲੱਗਦਾ ਵੀ ਫਿਰ ਇਹਦੇ ਨਾਲ ਕਿਸਾਨ ਤਕੜੇ ਹੁੰਦੇ ਨੇ। ਅਤੇ ਜਿਹੜੇ ਕਿਸਾਨ ਨੇ ਉਹਨਾਂ ਨੇ ਇੱਕ ਗੱਲ ਮਤਲਬ ਆਪਣੇ ਇਸ ਸਮੇਂ ਦੇ ਵਿੱਚ ਐਡੀ ਵੱਡੀ ਦਿਖਾਤੀ ਵੀ ਜੇ ਲੋਕਾਂ ਦੀ ਮੂਵਮੈਂਟ ਖੜੀ ਹੋ ਜੇ, ਜਿਹਨੂੰ ਲੋਕ ਕਹਿੰਦੇ ਨੇ ਆਮ ਨਾਅਰੇ ਲੱਗਦੇ ਨੇ ਵੀ ਗਲ ਪੈ ਜਾਣ ਜੀ ਅੱਕੇ ਲੋਕ, ਬੰਬ ਬੰਦੂਕਾਂ ਸਕਣ ਨਾ ਰੋਕ। ਹੁਣ ਉਹ ਅੱਕੇ ਲੋਕਾਂ ਨੇ ਇਹ ਗੱਲ ਸਾਬਤ ਕਰਤੀ ਵੀ ਉਹ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਲਈ ਲੋਕ ਹੱਥ ਬੰਨ੍ਹ ਕੇ ਪਿੱਛੇ ਫਿਰਦੇ ਹੁੰਦੇ ਨੇ ਵੀ ਸਾਨੂੰ ਆਹ ਦੇ ਦਿਓ, ਸਾਨੂੰ ਆਹ ਦੇ ਦਿਓ, ਅੱਜ ਪੋਲੀਟੀਕਲ ਪਾਰਟੀਆਂ ਕਿਸਾਨਾਂ ਦੇ ਪਿੱਛੇ ਫਿਰਦੀਆਂ ਨੇ, ਉਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਤੋਂ ਭੀਖ ਮੰਗ ਰਹੀਆਂ ਨੇ। ਅਤੇ ਜਿਹੜੀ ਹੁਣ ਵੀ ਕੱਲ੍ਹ ਦੀ ਮੀਟਿੰਗ ਹੈ, ਉਹ ਮੀਟਿੰਗ ਦੇ ਵਿੱਚ ਵੀ ਇਹੀ ਹੈ ਅਤੇ ਸਾਰੀਆਂ ਪਾਰਟੀਆਂ ਨੂੰ ਵੀ ਪਤਾ ਵੀ ਜਿੱਥੇ ਕਿਸਾਨਾਂ ਦਾ ਗੁੱਸਾ, ਜਿੱਧਰ ਨੂੰ ਕਿਸਾਨ ਦੀ ਅੱਖ ਕੈਰੀ ਹੋਗੀ, ਉਹ ਪਾਰਟੀ ਦਾ ਭਵਿੱਖ ਧੁੰਦਲਾ ਹੈ। ਅਤੇ ਇਸ ਕਰਕੇ ਉਹ ਆਪਦੀ ਉਸ ਗੱਲ ਨੂੰ ਕਿਸਾਨਾਂ ਨੇ ਮੀਟਿੰਗ ਰੱਖੀ ਅਤੇ ਹੁਣ ਸਾਰੀਆਂ ਪਾਰਟੀਆਂ ਭੱਜੀਆਂ ਆ ਰਹੀਆਂ ਨੇ। ਅਦਰਵਾਈਜ਼ ਪਹਿਲਾਂ ਕਦੇ ਤੁਸੀਂ ਇਹੋ ਜਿਹਾ ਮਾਹੌਲ ਦੇਖਿਆ ਵੀ ਸਿਆਸੀ ਪਾਰਟੀਆਂ ਕਿਸਾਨਾਂ ਦੇ ਕਹੇ ਤੋਂ ਆਉਣ, ਕਿਸਾਨ 10-10 ਵਾਰੀ ਆ ਕੇ ਇਹਨਾਂ ਨੂੰ ਬੇਨਤੀ ਪੱਤਰ ਦਿੰਦੇ ਸੀ ਅਤੇ ਫਿਰ ਇਹ ਕਿਤੇ ਸਮਾਂ ਦਿੰਦੇ ਹੁੰਦੇ ਸੀ ਵੀ ਕਿਸਾਨ ਤੁਹਾਨੂੰ ਮਿਲ ਸਕਦੇ ਨੇ ਕਿ ਨਹੀਂ। ਅਤੇ ਹੁਣ ਮਾਹੌਲ ਉਲਟਾ ਹੋਇਆ। ਇਹ ਉਲਟ ਸਿਰਫ ਲੋਕ ਤਾਕਤ ਦਾ ਨਤੀਜਾ ਹੈ। ਜਿਵੇਂ ਕਿ ਪਟਵਾਰੀ ਸਾਹਿਬ ਨੇ ਇੱਕ ਗੱਲ ਕੀਤੀ ਹੈ ਕਿ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਚਿਹਰਾ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈ, ਕਿਉਂਕਿ ਸੱਚੀ ਗੱਲ ਹੈ ਕਿ ਜਦੋਂ ਸੱਤਾ 'ਚ ਆ ਜਾਂਦੀਆਂ ਨੇ ਪਾਰਟੀਆਂ ਤੇ ਸਭ ਕੁਝ ਭੁੱਲ ਜਾਂਦੀਆਂ ਨੇ, ਪਰੰਤੂ ਫਿਰ ਵੀ ਅੱਜ ਇਹੋ ਜਿਹਾ ਸਮਾਂ ਦੇਖਣ ਨੂੰ ਮਿਲਿਆ ਕਿ ਸਹੀ ਰੂਪ 'ਚ ਪੋਲੀਟੀਕਲ ਪਾਰਟੀਆਂ ਹੁਣ ਕਿਸਾਨਾਂ ਅੱਗੇ ਆਪਣੇ ਘੁਟਨੇ ਟੇਕ ਬੈਠੀਆਂ ਨੇ। ਅਤੇ ਇਸੇ ਨਾਲ ਹੀ ਨਾਲ ਸਾਡੇ ਨਾਲ ਹਰਵੰਸ ਸਿੰਘ ਬਾਗੜੀ ਜੀ ਨੇ ਜੋ ਕਿ ਸੀਨੀਅਰ ਜਰਨਲਿਸਟ ਨੇ। ਇਹ ਬਾਗੜੀ ਸਾਹਿਬ, ਤੁਸੀਂ ਕੀ ਸੋਚਦੇ ਹੋ ਸਾਰੇ ਸਿਨੈਰੀਓ? ਦੇਖੋ, ਕਿਸਾਨੀ ਦਾ ਜਿਹੜਾ ਸੰਘਰਸ਼ ਹੈ, ਇਹਨਾਂ ਨੇ ਸੰਸਾਰ ਦੇ ਵਿੱਚ ਇੱਕ ਐਸੀ ਵੱਖਰੀ ਮਿਸਾਲ ਪੇਸ਼ ਕੀਤੀ ਹੈ ਕਿ ਵੱਖ-ਵੱਖ ਰੰਗ ਦੀਆਂ ਪਾਰਟੀਆਂ ਜਾਂ ਟਰੇਡ ਯੂਨੀਅਨਸ ਜਿਨ੍ਹਾਂ ਦੇ ਪਿੱਛੇ ਸਿਆਸੀ ਪਾਰਟੀਆਂ ਵੀ ਕੰਮ ਕਰਦੀਆਂ ਹੋਣਗੀਆਂ, ਉਹ ਸਾਰੀਆਂ ਵਿਚਾਰਾਂ 'ਤੇ ਵੱਖਰੇਵੇਂ ਹੋਣ ਦੇ ਬਾਵਜੂਦ ਇੱਕ ਪਲੇਟਫਾਰਮ 'ਤੇ ਇਕੱਠੀਆਂ। ਜੋ ਕਿਸਾਨ ਮੋਰਚਾ ਫੈਸਲਾ ਕਰਦਾ ਹੈ ਉਹ ਇੱਕ ਹੋ ਕੇ ਫੈਸਲਾ ਕਰਦਾ। ਇਹ ਕਿਸਾਨ ਨੇ ਅੱਜ ਸਾਰੀ ਦੁਨੀਆ ਦੇ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ। ਜਿਹੜੇ ਲੋਕ ਟ੍ਰੇਡ ਯੂਨੀਅਨ ਫੰਡ 'ਤੇ ਜਾਂ ਇਸ ਫੀਲਡ ਦੇ ਵਿੱਚ ਕੰਮ ਕਰਦੇ, ਉਹਨਾਂ ਲਈ ਵੀ ਇੱਕ ਮਿਸਾਲ ਹੈ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿਸਾਨਾਂ ਵਾਲੀ, ਮੈਂ ਬਿਲਕੁਲ ਸਹਿਮਤ ਹਾਂ ਇਸ ਗੱਲ ਨਾਲ ਵੀ ਸਿਆਸੀ ਪਾਰਟੀਆਂ ਅੱਜ ਕੱਲ੍ਹ ਕਿਸਾਨਾਂ ਦੇ ਮਗਰ ਲੱਗੀਆਂ ਵੀ ਕਿਤੇ ਕਿਸਾਨ ਸਾਡੇ ਕੋਲੋਂ ਰੁੱਸ ਨਾ ਜਾਣ। ਪਰ ਸਹੀ ਮਾਇਨਿਆਂ ਦੇ ਵਿੱਚ ਉਹਨਾਂ ਦੇ ਕਿਸਾਨੀ ਮੁੱਦੇ ਹੈ ਨਹੀਂ। ਅਸਲ ਤਾਂ ਉਹਨਾਂ ਦੀ ਜਿਹੜੀ ਚੋਣ ਹੈ 22 ਵਾਲੇ ਵੀ ਕਿਤੇ ਸਾਡੇ ਉਲਟ ਨਾ ਜਾ। ਹਰ ਬੰਦਾ ਹੁਣ ਹਾਲੇ ਭਾਵੇਂ ਬਹੁਤੀਆਂ ਪਾਰਟੀਆਂ ਨੇ ਤਾਂ ਨਹੀਂ ਹਲੇ ਸਿਆਸੀ ਮੂਵਮੈਂਟ ਇਸ ਤੋਂ ਜ਼ਿਆਦਾ ਪਹਿਲਾਂ ਤਾਂ ਅਕਾਲੀ ਦਲ ਵਾਲਾ ਫਿਰਦਾ ਹੈ, ਕੈਂਡੀਡੇਟ ਵੀ ਅਨਾਊਂਸ ਕਰ ਰਿਹਾ, ਮੀਟਿੰਗਾਂ ਵੀ ਕਰ ਰਿਹਾ। ਉਹ ਮਤਲਬ 5 ਸਾਲ ਗੱਦੀ ਤੋਂ ਬਾਹਰ ਰਿਹਾ, ਹੁਣ ਐਂ ਲੱਗਦਾ ਵੀ ਗੱਦੀ ਹੁਣੇ ਆਈ ਸਾਡੇ ਕੋਲ। ਜ਼ਿਆਦਾਤਰ ਮਾਹੌਲ ਉੱਥੇ ਵਿਗੜਿਆ। ਅਤੇ ਹੁਣ ਜਿਹੜੀ ਕੱਲ੍ਹ ਦੀ ਮੀਟਿੰਗ ਹੈ 10 ਤਰੀਕ ਦੀ, ਉਹਦੇ 'ਚੋਂ ਕੀ ਨਿਕਲ ਕੇ ਆ ਸਕਦਾ ਤੁਹਾਨੂੰ ਕੀ ਦੇਖੋ, ਉਹਨਾਂ ਨੂੰ ਚਾਹੇ ਕੋਈ ਪਾਰਟੀ ਚਾਹੇ ਚਾਹੇ ਨਾ ਚਾਹੇ, ਉਹਨਾਂ ਨੂੰ ਕਿਸਾਨਾਂ ਦੀ ਗੱਲ ਮੰਨਣੀ ਪੈਣੀ ਹੈ ਵੀ ਕੋਈ ਸਿਆਸੀ ਪਾਰਟੀ ਜਿਹੜੀ ਹੈ ਉਹ ਆਪਣੀ ਰੈਲੀ ਨਾ ਕਰੇ। ਕਿਉਂਕਿ ਜੇ ਸਿਆਸੀ ਪਾਰਟੀਆਂ ਮੈਦਾਨ ਦੇ ਵਿੱਚ ਆਉਂਦੀਆਂ, ਇਹ ਤਾਂ ਜ਼ਾਹਰ ਹੈ ਵੀ ਹਰ ਸਿਆਸੀ ਪਾਰਟੀ ਨਾਲ ਕੁਝ ਨਾਲ ਕਿਸਾਨ ਘੱਟ ਹੋ ਸਕਦੇ, ਕੁਝ ਨਾਲ ਵੱਧ ਹੋ ਸਕਦੇ ਹੈ। ਫਿਰ ਕਿਸਾਨਾਂ ਦਾ ਸੰਘਰਸ਼ ਜਿਹੜਾ ਹੈ ਉਹ ਕਮਜ਼ੋਰ ਪੈ ਜਾਂਦਾ ਹੈ, ਕਿਉਂਕਿ ਫਿਰ ਲੋਕ ਰੈਲੀਆਂ ਜਾਣ ਲੱਗ ਜਾਂਦੇ ਹੈ। ਜਿਹੜਾ ਦਿੱਲੀ ਬਾਰਡਰ ਜਾਂ ਹੁਣ ਕੱਲ੍ਹ ਤੋਂ ਕਰਨਾਲ ਬਾਰਡਰ ਲੱਗ ਗਿਆ, ਕਰਨਾਲ ਪੱਕਾ ਧਰਨਾ ਲੱਗਾ ਕਿਸਾਨਾਂ ਦਾ, ਉਹ 'ਤੇ ਬਹੁਤ ਵੱਡਾ ਅਸਰ ਪੈ ਸਕਦਾ। ਇਹ ਕਿਸਾਨਾਂ ਦੀ ਜਿਹੜੀ ਹੈ ਖਦਸ਼ਾ ਹੈ ਕਿਸਾਨਾਂ ਦਾ ਬਿਲਕੁਲ ਜਾਇਜ਼ ਹੈ। ਅਤੇ ਉਹ ਪੋਲੀਟੀਕਲ ਪਾਰਟੀਆਂ ਨੂੰ ਇਹੋ ਕਹਿਣਗੇ, ਉਹਨਾਂ ਨੇ ਕੱਲ੍ਹ ਸਪਸ਼ਟ ਵੀ ਕਰ ਦਿੱਤਾ ਵੀ ਸਾਡਾ ਭਾਵੇਂ ਕੁਐਸਚਨ ਪੁੱਛਣ ਦਾ ਕੋਈ ਜ਼ਰੂਰਤ ਨਹੀਂ, ਵੀ ਸਭ ਨੂੰ ਪਤਾ ਹੈ ਵੀ ਕੌਣ ਕਿੱਥੇ ਖੜ੍ਹਾ। ਪਰ ਲੇਕਿਨ ਕਹਿੰਦੇ ਸਾਡੀ ਇੱਕੋ ਬੇਨਤੀ ਹੈ ਵੀ ਉਹ ਆਪਣਾ ਜਿਹੜਾ ਸਿਆਸੀ ਪ੍ਰਚਾਰ ਜਾਂ ਰੈਲੀਆਂ ਕਰਨ ਦਾ ਪ੍ਰਚਾਰ। ਨਹੀਂ, ਮੇਰਾ ਸਵਾਲ ਇਹ ਹੈ ਜੀ, ਕੱਲ੍ਹ ਕੀ ਨਿਕਲ ਕੇ ਉਹ ਵੀ ਉਹ ਆਪਣਾ ਬੰਦ ਕਰ ਦੇਣ। ਇਹ ਮਜਬੂਰਨ ਨਾ ਚਾਹੁੰਦੇ ਹੋਏ ਵੀ ਸਿਆਸੀ ਪਾਰਟੀਆਂ ਨੂੰ ਆਪਣੀ ਜਿਹੜੀ ਹੈ ਮੂਵਮੈਂਟ ਹੈ ਜਾਂ ਆਪਣਾ ਜਿਹੜਾ ਉਹ ਰੈਲੀਆਂ ਵਗੈਰਾ ਕਰਦੇ ਉਹ ਬੰਦ ਕਰਨੀ ਪਵੇਗੀ। ਜੇਕਰ ਕੋਈ ਸਿਆਸੀ ਪਾਰਟੀ ਬੰਦ ਨਹੀਂ ਕਰੇਗੀ ਤਾਂ ਉਹਦੇ ਭੈੜੇ ਸਿੱਟੇ ਨਿਕਲਣਗੇ।
ਧੰਨਵਾਦ ਬਾਗੜੀ ਸਾਹਿਬ। ਤੇ ਪਟਵਾਰੀ ਸਾਹਿਬ ਕੋਲ ਮੁੜ ਕੇ ਚੱਲਦੇ ਹਾਂ। ਪਟਵਾਰੀ ਸਾਹਿਬ ਕੁਛ ਗੱਲ ਵਿਸ਼ੇਸ਼ ਟਿੱਪਣੀ ਕਰਨਾ ਚਾਹੁੰਦੇ ਨੇ, ਕੀ ਕਹਿਣਾ ਚਾਹੋਗੇ ਤੁਸੀਂ ਆ ਜਿਹੜੀ ਮੀਟਿੰਗ ਦਾ ਦੇਖੋ, ਕੱਲ ਦੀ ਪਾਰਟੀ ਦੇ ਵਿੱਚ ਇੱਕ ਮੁੱਦਾ ਮਤਲਬ ਪੂਰਾ ਉੱਭਰਮਾ ਆਊਗਾ। ਸਾਰੀਆਂ ਸਿਆਸੀ ਪਾਰਟੀਆਂ ਨੇ ਕਹਿਣਾ ਵੀ ਜਮਹੂਰੀਅਤ ਦੇ ਵਿੱਚ ਸਾਨੂੰ ਪ੍ਰਚਾਰ ਕਰਨ ਦਾ ਹੱਕ ਹੈ, ਸਾਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਤੇ ਕਿਸਾਨਾਂ ਦਾ ਜਿਹੜਾ ਮੁੱਦਾ ਉਹ ਇਹ ਹੈ ਵੀ ਅਜੇ ਕਿਸਾਨਾਂ ਦਾ ਘੋਲ ਚੱਲ ਰਿਹਾ ਹੈ ਤੇ ਤੁਸੀਂ ਕਿਸਾਨਾਂ ਦੀ ਮੂਵਮੈਂਟ ਬਾਰੇ ਕੁਝ ਕਰ ਨਹੀਂ ਰਹੇ। ਤੇ ਕਿਸਾਨਾਂ ਦੀ ਮੂਵਮੈਂਟ ਬਾਰੇ ਜਦੋਂ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਸਵਾਲ ਪੁੱਛਣੇ ਹੀ ਪੁੱਛਣੇ ਨੇ। ਜਿਹੜੇ ਸਵਾਲਾਂ ਦਾ ਮਸਲਾ ਉਹ ਫਿਰ ਉੱਥੇ ਉਸੇ ਤਾਣੀ 'ਚ ਉਲਝਣਾ ਜਾ ਕੇ ਵੀ ਜਦੋਂ ਸਿਆਸੀ ਪਾਰਟੀ ਨੂੰ ਕਿਸਾਨ 500 200 400 ਇਕੱਠੇ ਹੋ ਕੇ ਸਵਾਲ ਪੁੱਛਣਗੇ ਤਾਂ ਉਹਨਾਂ ਨੂੰ ਫਿਰ ਇਹ ਲੱਗੂਗਾ ਵੀ ਸਾਡੀ ਰੈਲੀ ਦੇ ਵਿੱਚ ਵਿਘਨ ਪੈ ਰਿਹਾ। ਇਹ ਸਟਰਗਲ ਮੈਨੂੰ ਨਹੀਂ ਲੱਗਦਾ ਵੀ ਇਹ ਰੁਕਣੀ ਨਹੀਂ। ਹਾਂ, ਰੁਕੇ ਚੰਗੀ ਗੱਲ ਹੈ, ਪਰ ਮੈਨੂੰ ਲੱਗਦਾ ਇਹ 'ਤੇ ਨਾ ਸਿਆਸੀ ਪਾਰਟੀਆਂ ਨੇ ਸਹਿਮਤ ਹੋਣਾ ਤੇ ਨਾ ਹੀ ਕਿਸਾਨਾਂ ਨੇ। ਤੇ ਇਹ ਇਸੇ ਤਰ੍ਹਾਂ ਮਸਲਾ ਚੱਲਦਾ ਰਹੂਗਾ ਤੇ ਹਰੇਕ ਨੇ ਜ਼ੋਰ ਅਜ਼ਮਾਈ ਕਰਕੇ ਆਪਦਾ ਤਾਕਤ ਦੇਖ ਕੇ ਹੀ ਪਿੱਛੇ ਹਟਣਾ। ਤੇ ਜਿਹਨੂੰ ਲੱਗਿਆ ਵੀ ਸਾਨੂੰ ਨੁਕਸਾਨ ਹੋ ਰਿਹਾ, ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ, ਉਹ ਪਾਰਟੀ ਵਿਡਰਾ ਕਰ ਲੂਗੀ। ਜਿਹਨੂੰ ਇੰਜ ਲੱਗਦਾ ਵੀ ਸਾਨੂੰ ਕੋਈ ਫਰਕ ਹੀ ਨਹੀਂ ਪੈਣਾ, ਹੁਣ ਜਿਵੇਂ ਭਾਜਪਾ ਉਹਦੀ ਕੋਈ ਅਸਰ ਨਹੀਂ ਹੋ ਸਕਦਾ ਕਿਉਂਕਿ ਨਾ ਉਹਨੂੰ ਜਿੱਤਣ ਦਾ ਫਿਕਰ ਹੈ ਨਾ ਉਹਨੂੰ ਹਾਰਨ ਦਾ ਫਿਕਰ ਹੈ। ਤੇ ਇਸ ਕਰਕੇ ਉਹਨੂੰ ਤਾਂ ਸਿਰਫ ਕੜਮੱਸ ਪਾ ਕੇ ਜਾਂ ਮਤਲਬ ਟੱਕਰ ਮਾਰ ਕੇ ਇੱਕ ਇਸ਼ੂ ਖੜਾ ਕਰਨ ਦਾ ਮਸਲਾ ਹੈ ਵੀ ਇੱਥੇ ਲਾ ਐਂਡ ਆਰਡਰ ਦੀ ਉਹ ਹੈ ਜੀ। ਕਿਸਾਨ ਨੇ ਜਿਹੜੇ ਮਤਲਬ ਇਹ ਗਲਤ ਨੇ, ਇਹ ਇਹਨਾਂ 'ਚ ਮਤਲਬ ਸਿਆਸੀ ਮਫਾਦ ਨੇ ਇਹਨਾਂ ਦੇ। ਇਸ ਕਰਕੇ ਕੁਝ ਪਾਰਟੀਆਂ ਇਹ ਸਟੈਂਡ ਲੈਣਗੀਆਂ ਤੇ ਜਿਹੜੀਆਂ ਕੁਝ ਪਾਰਟੀਆਂ ਤੋਂ ਥੋੜ੍ਹਾ ਮੋਟਾ ਮਾਈਲਡ ਟੋਨ ਦੇ ਵਿੱਚ ਗੱਲ ਕਰਕੇ ਉਹ ਕਰਨਗੀਆਂ। ਪਰ ਇੱਕ ਗੱਲ ਪੱਕੀ ਹੈ ਵੀ ਪ੍ਰਚਾਰ ਤੋਂ ਹਟ ਨਹੀਂ ਸਕਦੀਆਂ। ਆਖਰ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਜੇ ਕਿਸਾਨ ਨਾਲ ਕੋਈ ਪੋਲੀਟੀਕਲ ਪਾਰਟੀਆਂ ਸਮਝੌਤਾ ਕਰਦੀਆਂ ਨੇ, ਕੀ ਉਹ ਉੱਤੇ ਖਰਾ ਉਤਰਨਗੀਆਂ ਜਾਂ ਨਹੀਂ? ਕਿਉਂਕਿ ਸਿਆਸਤਦਾਨਾਂ ਦਾ ਕੰਮ ਹੁੰਦਾ ਹੈ ਸਿਆਸਤਦਾਨ ਕਰਨਾ ਤੇ ਸੰਘਰਸ਼ੀ ਲੋਕਾਂ ਦਾ ਕੰਮ ਹੁੰਦਾ ਹੈ ਸੰਘਰਸ਼ ਕਰਨਾ। ਪਰੰਤੂ ਡੈਮੋਕ੍ਰੇਸੀ ਵਿੱਚ ਜੋ ਇੱਕ ਬਹੁਤ ਵੱਡੀ ਚੀਜ਼ ਉੱਭਰ ਕੇ ਆਈ ਹੈ ਕਿ ਸਿਆਸੀ ਦਲਾਂ ਦਾ ਘੁਟਨੇ ਟੇਕ ਦੇਣਾ ਕਿਸਾਨ ਅੰਦੋਲਨ ਦੇ ਅੱਗੇ, ਇਹ ਵੀ ਇੱਕ ਡੈਮੋਕ੍ਰੇਸੀ ਦਾ ਇੱਕ ਮੋਹਰਾ ਬਣ ਕੇ ਕਹੋ ਜਾਂ ਇੱਕ ਦ੍ਰਿਸ਼ ਬਣ ਕੇ ਜੋ ਸਾਹਮਣੇ ਆਇਆ ਹੈ। ਇਹ ਕੱਲ੍ਹ ਦੀ ਮੀਟਿੰਗ ਤੈਅ ਕਰੇਗੀ ਇਹ ਸਫਲ ਹੋਵੇਗਾ ਜਾਂ ਫਿਰ ਇੱਕ ਸਬਜਵਾਗ ਬਣ ਕੇ ਰਹਿ ਜਾਵੇਗਾ। ਤੁਸੀਂ ਦੇਖਦੇ ਰਹੋ ਟਰਾਈ ਸਿਟੀ ਦਸਤਕ ਹਰ ਖਬਰ ਤੇ। ट्राई सिटी 10 तक।